ਕਹਿ ਮਥੁਰਾ ਅੰਮ੍ਰਿਤ ਬਯਾਣਾ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨਯਨ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਭਰਮ ਪੈ ਭੂਲੇ। ਸੁਤ ਧਾਰਾ ਸਿਉ ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਇਕ ਅਰਦਾਸ। ਗੁਰ ਰਾਮਦਾਸ ਸੋ ਕਹੋ ਟਲ ਗੁਰ ਸੇਵੀਐ। ਅਹਨਸ ਆਏ ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ। ਗੁਰ ਸੋ ਚਟਿਐ ਤੁਧ ਡਿਠੇ ਸੱਚੇ ਪਾਤਸ਼ਾਹ। ਬਾਲ ਜਨਮ ਦੇ ਕਟੇ ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ। ਜਿਸ ਪਾਸ ਬਹਿਠਿਆ ਸੋਹੀਐ। ਸਭਨਾਂ ਦਾ ਵੇਸਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨ ਬਸਿਓ। ਤਿਨ ਮਾਤ ਕੀਜੈ ਹਰ ਵਾਂਝਾ। ਤਿਨ ਸੁਣੇ ਦੇਹ ਫਿਰਹਿ ਬਿਨ ਨਾਵੈ। ਓਏ ਖਪ ਖਪ ਮੂਏ ਕਰਾਂਝਾ। ਜਿਨ ਹਰ ਹਿਰਦੈ ਨਾਮ ਨਾ ਬਸਿਓ। ਤਿਨ ਮਾਤ ਕੀਜੈ ਹਰ ਵਾਂਝਾ। ਤਿਨ ਸੁਣੇ ਦੇਹ ਫਿਰਹਿ ਬਿਨ ਨਾਵੈ। ਓਏ ਖਪ ਖਪ ਮੂਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਗੁਰ ਗਿਆਨ ਦਿਓ ਮਨ ਸਮਝਾ। ਰਹਾਉ ਹਰ ਕੀਰਤ ਕਲ ਜੁਗ ਪਦ ਊਤਮ। ਹਰ ਪਾਈਐ ਸਤਿਗੁਰ ਮਾਝਾ। ਹਉ ਬਲਿਹਾਰੀ ਸਤਿਗੁਰ ਆਪਣੇ। ਜਿਨ ਗੋਪਤ ਨਾਮ ਪਰਗਾਜਾ। ਦਰਸ਼ਨ ਸਾਧ ਮਿਲਿਓ ਵਡ ਭਾਗੇ। ਸਭ ਕਿਲ ਵਿਖ ਗਏ ਗਵਾਚਾ।
ਸਤਿਗੁਰ ਸਾਹੋ ਪਾਇਆ ਵਡਦਾਨਾ ਹਰ ਕੀਏ ਬਹੁ ਗੁਣ ਸਾਂਚਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੁਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹ ਸੋ ਕਹਾ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ। ਜੈਸੇ ਸੱਚ ਮੈਂ ਰਹੋ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਵੈਰਾਗ ਔਰ ਤਿਆਗ ਦੀ ਮਹਾਨ ਮੂਰਤ। ਹਾਜ਼ਰ ਹੋਤ ਜਹਾਂ ਸਿਮਰੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਦਇਆ ਨਿਧ ਅੰਤਰਯਾਮੀ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲ ਔਰ ਸਕਾਰਥਾ ਕਰ ਰਹੇ। ਸਰਬ ਆਸਾ ਪੂਰਨ ਕਰਨੇ ਵਾਲੀ ਸ਼੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਪਾਸੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਮੇਰੇ ਗੁਰਦੇਵ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੇ ਹਨ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸੋਈ ਰਾਮਦਾਸ ਗੁਰਬਲ ਭਾਣ ਮਿਲ ਸੰਗਤ ਧੰਨ ਧੰਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ। ਐਸੇ ਦੀਨ ਦਿਆਲ ਭਗਤ ਵਚਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਤਿਨਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੀਆਂ ਸੁਰਤੀਆਂ ਵਿੱਚ ਵਸਾਈਏ। ਗੁਰੂ ਰਾਮਦਾਸ ਜੀ ਮਹਾਰਾਜ ਦਇਆਨਿਧ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਜੈਤ ਸਰੀ ਰਾਗ ਹੈ।
ਔਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਇਆਨਿਧ ਸੁਆਮੀ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਬਚਨ ਹਨ। ਭੱਟ ਮਥੁਰਾ ਜੀ ਕਹਿੰਦੇ ਹਨ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਭੱਟ ਮਥੁਰਾ ਜੀ ਕਹਿੰਦੇ, ਭਾਈ ਸਿੱਖੋ, ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰੋ। ਕਿਉਂ? ਕਿਉਂਕਿ ਗੁਰੂ ਰਾਮਦਾਸ ਸਾਹਿਬ ਦੇ ਜਦੋਂ ਦਰਸ਼ਨ ਕਰੀਏ ਤਾਂ ਉਹਨਾਂ ਦੇ ਅੰਮ੍ਰਿਤ ਸਰੂਪ ਬਚਨ ਸਰਵਣ ਕਰਨ ਨੂੰ ਪ੍ਰਾਪਤ ਹੁੰਦੇ ਹਨ। ਕਹਿ ਮਥੁਰਾ ਅੰਮ੍ਰਿਤ ਬੈਣ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜਿਹੜੇ ਬਚਨ ਉਚਾਰਨ ਕਰਦੇ ਹਨ ਉਹ ਮੁਰਦਿਆਂ ਨੂੰ ਜੀਵਨ ਦੇਣ ਵਾਲੇ ਬਚਨ ਨੇ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਬਚਨ ਅੰਮ੍ਰਿਤ ਬਚਨ ਹਨ, ਅੰਮ੍ਰਿਤ ਬੋਲ ਹਨ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਰਾਗ ਜੈਤ ਸਰੀ ਵਿੱਚ ਇਹ ਅੰਮ੍ਰਿਤ ਬੋਲ ਅੰਮ੍ਰਿਤ ਬਚਨ ਉਚਾਰਨ ਕਰਦੇ ਹਨ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਵੰਜੈ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਹੇ ਨਿਰੰਕਾਰ, ਤੇਰਾ ਅੰਮ੍ਰਿਤ ਨਾਮ ਜਿਨ੍ਹਾਂ ਦੇ ਹਿਰਦਿਆਂ ਵਿੱਚ ਨਹੀਂ ਬਸਦਾ, ਜਿਨ੍ਹਾਂ ਦੇ ਹਿਰਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਵਿਹੂਣੇ ਸੱਖਣੇ ਹਨ, ਖਾਲੀ ਹਨ, ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਸਿਮਰਤੀ ਨਹੀਂ, ਅਕਾਲ ਪੁਰਖ ਦੀ ਯਾਦ ਨਹੀਂ ਹੈ। ਬੜੇ ਪਿਆਰੇ ਬਚਨ ਮਹਾਂਪੁਰਸ਼ਾਂ ਵਿਦਵਾਨਾਂ ਦੇ ਹਨ। ਉਹ ਕਹਿੰਦੇ ਪ੍ਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ। ਸੰਸਾਰ ਦਾ ਕੋਈ ਜ਼ਰਰਾ, ਕੋਈ ਕਣ ਐਸਾ ਨਹੀਂ ਜਿੱਥੇ ਪ੍ਰਮਾਤਮਾ ਦੀ ਵਿਧਾਤੇ ਦੀ ਜੋਤ ਨਹੀਂ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਜੀਵਨ ਮੈਂ ਜਲ ਮੈਂ ਥਲ ਮੈਂ, ਸਭ ਰੂਪਨ ਮੈਂ ਸਭ ਭੂਪਨ ਮਾਹੀ। ਪਰਮਾਤਮਾ ਹਰ ਜਗ੍ਹਾ ਤੇ ਹੈ। ਇੱਕ ਥਾਂ, ਇੱਕ ਜਗ੍ਹਾ ਐਸੀ ਹੈ ਜਿੱਥੇ ਰੱਬ ਨਹੀਂ ਹੈ, ਪਰਮੇਸ਼ਰ ਨਹੀਂ ਹੈ, ਤਾਂ ਉਹ ਜਗ੍ਹਾ ਹੈ ਮਨੁੱਖ ਦਾ ਹਿਰਦਾ, ਮਨਮੁਖ ਮਨੁੱਖ ਦਾ ਹਿਰਦਾ। ਮਨਮੁਖ ਮਨੁੱਖ ਦੇ ਹਿਰਦੇ 'ਚ ਪਰਮਾਤਮਾ ਨਹੀਂ, ਬਾਕੀ ਹਰ ਜਗ੍ਹਾ ਤੇ ਹੈ। ਉਹ ਸਾਡੇ ਚੇਤੇ ਵਿੱਚ ਨਹੀਂ, ਸਾਡੀ ਸਿਮਰਤੀ ਵਿੱਚ ਨਹੀਂ। ਤੇ ਜਿਨ੍ਹਾਂ ਦੀ ਸਿਮਰਤੀ ਵਿੱਚ, ਜਿਨ੍ਹਾਂ ਦੇ ਧਿਆਨ ਵਿੱਚ, ਜਿਨ੍ਹਾਂ ਦੀ ਸੁਰਤੀ ਵਿੱਚ ਵਾਹਿਗੁਰੂ ਪਰਮੇਸ਼ਰ ਨਹੀਂ ਹੈ, ਹੇ ਵਾਹਿਗੁਰੂ, ਇਹੋ ਜਿਹੇ ਬੰਦਿਆਂ ਦੀ ਮਾਂ ਨੂੰ ਤੂੰ ਬਾਂਝ ਹੀ ਕਰ ਦਿੰਦਾ ਤਾਂ ਜੋ ਇਹੋ ਜਿਹੇ ਨਾਮ ਵਿਹੂਣੇ ਬੰਦੇ ਪੈਦਾ ਹੀ ਨਾ ਹੁੰਦੇ। ਕਿਉਂਕਿ ਉੱਦਾਂ ਵੀ ਉਹਨਾਂ ਦਾ ਜਨਮ ਨਿਰਾਰਥ ਹੈ। ਜੇ ਨਾਮ ਵਿਹੂਣੇ ਬੰਦੇ ਜਨਮ ਲੈ ਕੇ ਆ ਵੀ ਜਾਣ ਧਰਤੀ ਤੇ, ਜਨਮ ਬਤੀਤ ਵੀ ਕਰਨ, ਤੇ ਕਿਸ ਕੰਮ ਦਾ? ਇਸ ਕਰਕੇ ਹੇ ਵਾਹਿਗੁਰੂ, ਉਹਨਾਂ ਦੀ ਮਾਂ ਬਾਂਝ ਹੀ ਹੋ ਜਾਂਦੀ, ਇਹੋ ਜਿਹੇ ਨਾਮ ਵਿਹੂਣੇ ਬੰਦੇ ਪੈਦਾ ਹੀ ਨਾ ਹੁੰਦੇ, ਉਹ ਜਨਮ ਹੀ ਨਾ ਲੈ ਸਕਦੇ। ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਾਸ ਨਾ ਭਈ ਮਹਤਾਰੀ। ਭਗਤ ਜੀ ਕਹਿੰਦੇ ਕਿ ਜਿਸ ਕੁੱਖ ਤੋਂ ਪੈਦਾ ਹੋ ਕੇ ਕੋਈ ਬਾਲਕ, ਕੋਈ ਮਨੁੱਖ, ਕੋਈ ਜੀਵ ਪਰਮੇਸ਼ਰ ਦੇ ਗਿਆਨ ਦੀ ਵਿਚਾਰ ਨਹੀਂ ਕਰਦਾ, ਅਕਾਲ ਪੁਰਖ ਦੇ ਭਜਨ ਤੋਂ ਵਿਹੂਣਾ ਹੈ, ਹੇ ਵਾਹਿਗੁਰੂ, ਇਹੋ ਜਿਹੇ ਨਾਮ ਵਿਹੂਣੇ ਬੰਦੇ ਦੀ ਮਾਂ ਵਿਧਵਾ ਕਿਉਂ ਨਾ ਰਹੀ? ਵੀ ਉਹ ਪੈਦਾ ਹੀ ਨਾ ਹੁੰਦਾ, ਉਹਦਾ ਜਨਮ ਹੀ ਨਾ ਹੁੰਦਾ। ਇੱਕ ਵਿਦਵਾਨ ਸਾਰੁਕਤਾਵਲੀ ਵਿੱਚ ਲਿਖਦਾ ਕਿ ਜਿਹੜਾ ਮਨੁੱਖ ਪਰਮੇਸ਼ਰ ਦੇ ਭਜਨ ਤੋਂ ਵਿਹੂਣਾ ਹੈ, ਨਿਰੰਕਾਰ ਦੀ ਬੰਦਗੀ ਤੋਂ ਵਿਹੂਣਾ, ਅਜਾ ਗਲੇ ਕੇ ਕੁਚਨ ਜਿਉ ਜਨਮ ਵਿਅਰਥ ਹੈ ਤਾਸ। ਅਜਾ ਗਲੇ ਕੇ ਕੁਚਨ ਜਿਉ
ਜਨਮ ਬਿਅਰਥ ਹੈ ਤਾਸ। ਅਜਾ ਕਹਿੰਦੇ ਨੇ ਬੱਕਰੇ ਨੂੰ, ਬੱਕਰੀ ਨੂੰ। ਬੱਕਰੀ ਜਾਂ ਬੱਕਰੇ ਦੇ ਗਲੇ ਦੇ ਵਿੱਚ ਵੀ ਨਾ ਕਈ ਵਾਰੀ ਇੱਕ ਮਾਸ ਦੀਆਂ ਉਹ ਰਸੋਲੀਆਂ ਜੀਆਂ, ਜਿਵੇਂ ਕਹਿ ਸਕਦੇ ਹਾਂ ਵੀ ਇੱਕ ਉਹ ਥਣ ਜੇ ਜਿਹੜੇ ਨੇ, ਕੁਚਨ ਕਹਿੰਦੇ ਨੇ ਥਣਾਂ ਨੂੰ, ਉਹਦੇ ਗਲ ਦੇ ਵਿੱਚ ਵੀ ਥਣ ਬਣ ਜਾਂਦੇ, ਪਰ ਉਹਨਾਂ 'ਚ ਦੁੱਧ ਨਹੀਂ ਆਉਂਦਾ, ਉਹ ਕਿਸੇ ਕੰਮ ਨਹੀਂ ਆਉਂਦੇ। ਇਨ ਬਿਨ ਉਹ ਮਨੁੱਖ ਜਿਹੜੇ ਪਰਮੇਸ਼ਰ ਦੇ ਭਜਨ ਤੋਂ ਵੀ ਹੋਣੇ ਨੇ, ਪਰਮੇਸ਼ਰ ਦੀ ਬੰਦਗੀ ਤੋਂ, ਉਹਦੀ ਯਾਦ ਤੋਂ ਵੀ ਹੋਣੇ ਨੇ, ਉਹਨਾਂ ਦਾ ਜਨਮ ਵੀ ਉਸ ਬੱਕਰੇ ਦੇ ਗਲ ਦੇ ਥਣਾਂ ਵਾਂਗੂ ਬਿਅਰਥ ਹੈ, ਬੇਫਜ਼ੂਲ ਹੈ, ਕਿਸੇ ਕੰਮ ਦਾ ਨਹੀਂ। ਤੋ ਸਾਹਿਬ ਕਹਿੰਦੇ ਭਾਈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਨਹੀਂ ਵਸਿਆ, ਉਹਨਾਂ ਦੀ ਮਾਤਾ ਬਾਂਝ ਕਿਉਂ ਨਾ ਹੋ ਗਈ, ਤਾਂ ਜੋ ਇਹੋ ਜਿਹੇ ਨਾਮ ਵਿਹੂਣੇ ਆਦਮੀ ਪੈਦਾ ਹੀ ਨਾ ਹੁੰਦੇ। ਹੇ ਵਾਹਿਗੁਰੂ, ਉਹਨਾਂ ਦੀਆਂ ਮਾਤਾਵਾਂ ਨੂੰ ਬਾਂਝ ਹੀ ਰੱਖ। ਜਿਹੜੇ ਨਾਮ ਵਿਹੂਣੇ ਬੰਦੇ ਨੇ ਉਹ ਇਸ ਸੰਸਾਰ ਦੇ ਵਿੱਚ ਪੈਦਾ ਹੀ ਨਾ ਹੋਣ, ਨਸ਼ੁਕਰੇ ਬੰਦੇ ਇਸ ਸੰਸਾਰ ਦੇ ਵਿੱਚ ਪੈਦਾ ਹੀ ਨਾ ਹੋਣ। ਤਿਨ ਸੁਣੀ ਦੇਹ ਫਿਰ ਹੈ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਝਾ। ਸੁੰਝੀ, ਸੁੰਝੀ ਦਾ ਮਤਲਬ ਹੁੰਦਾ ਖਾਲੀ। ਯਈਆਂ, ਜਦੋਂ ਜੰਝ ਲਿਖਣਾ ਹੋਵੇ ਨਾ, ਜੰਝ ਜੱਜੇ ਤੇ ਟਿੱਪੀ ਤੇ ਯਈਏ ਨਾਲ ਲਿਖਿਆ ਜਾਂਦਾ ਜੰਝ, ਯਾਨੀ ਕਿ ਇਹਦਾ ਉਚਾਰਨ ਇਸ ਤਰ੍ਹਾਂ ਹੈ, ਸੁੰਝੀ ਯਈਆਂ। ਯਈਆਂ ਜਾਣੋ ਦ੍ਰਿੜ ਸਹੀ, ਬਿਨ ਸਜਾਤ ਇਹ ਹੇਤ। 52 ਅੱਖਰੀ 'ਚ ਕਹਿੰਦੇ ਤਿਨਾਂ ਦੀਆਂ ਦੇਹਾਂ ਸੁੰਝੀਆਂ ਹਨ, ਖਾਲੀ ਹਨ, ਯਾਨੀ ਕਿ ਮੁਰਦਿਆਂ ਦੇ ਮਨਿੰਦ ਕਹਿ ਸਕਦੇ। ਸੁੰਝੀ ਦੇ ਕਹਿੰਦੇ ਨੇ, ਜਿਵੇਂ ਕਹਿ ਦਿੰਦੇ ਨੇ ਕਿਸੇ ਦੇ ਸਰੀਰ 'ਚੋਂ ਪ੍ਰਾਣ ਉੱਡਣ, ਪੰਖੇਰੂ ਹੋ ਜਾਣ, ਜੀਵਾਤਮਾ ਨਿਕਲ ਜਾਏ, ਕਹਿੰਦੇ ਹੁਣ ਇਹਦੇ 'ਚ ਕੁਝ ਨਹੀਂ ਰਿਹਾ। ਆਮ ਸਾਡੇ ਪੰਜਾਬ ਦੀ ਧਰਤੀ 'ਤੇ ਬੋਲ ਵਰਤੇ ਜਾਂਦੇ, ਇਹਦੇ 'ਚ ਹੁਣ ਕੁਝ ਨਹੀਂ ਰਿਹਾ, ਇਹ ਖਾਲੀ, ਯਾਨੀ ਕਿ ਮੁਰਦਾ ਹੋ ਗਿਆ। ਕੁਝ ਸ਼ਬਦ, ਕੁਝ ਅਲਫਾਜ਼ ਇਹੋ ਜਿਹੇ ਹੁੰਦੇ ਨੇ ਮਨੁੱਖ ਨੇ, ਉਹਨਾਂ ਦੇ ਬਦਲਵੇਂ ਅਤੇ ਢੁਕਵੇਂ ਸ਼ਬਦ ਜਿਹੜੇ ਨੇ ਉਹ ਆਪਣੀ ਜ਼ੁਬਾਨ ਤੋਂ ਬੋਲਣੇ ਸ਼ੁਰੂ ਕੀਤੇ ਹੋਏ। ਅਕਸਰ ਦੀਵੇ ਨੂੰ ਬੁਝਾਉਣਾ ਨਹੀਂ ਵਧਾਉਣਾ ਕਹਿ ਦਿੰਦੇ ਹਨ। ਬੁਝਾਉਣਾ ਕਿਉਂ? ਇਹ ਢਹਿੰਦੀ ਕਲਾ ਵਾਲਾ ਬੋਲ ਹੈ। ਤੋ ਇਸ ਪ੍ਰਕਾਰ ਨਾਲ ਸਿੱਧਾ ਮੁਰਦਾ ਕਹਿਣ ਨਾਲੋਂ ਵੀ ਇਹ ਮਰ ਗਿਆ, ਕਹਿੰਦੇ ਜੀ ਹੁਣ ਇਹਦੇ 'ਚ ਕੁਝ ਨਹੀਂ ਰਿਹਾ, ਕੁਝ ਇੱਦਾਂ ਦੇ। ਮਹਾਰਾਜ ਜੀ ਉਹੀ ਸ਼ਬਦ ਵਰਤ ਰਹੇ ਵੀ ਉਹਨਾਂ ਦੀਆਂ ਦੇਹਾਂ ਮੁਰਦਿਆਂ ਦੇ ਮਨਿੰਦ ਨੇ, ਭਾਵੇਂ ਉਹਨਾਂ 'ਚ ਫੂਕ ਚੱਲਦੀ ਆ, ਸਾਹ ਚੱਲਦੇ ਨੇ। ਆਮ ਕਰਕੇ ਸੰਸਾਰ ਵਿੱਚ ਤਾਂ ਉਹ ਮੁਰਦਾ ਜਿਹਦੇ 'ਚੋਂ ਪ੍ਰਾਣ ਨਿਕਲ ਜਾਣ, ਪਰ ਪਾਤਸ਼ਾਹ ਉਹਨਾਂ ਨੂੰ ਮੁਰਦਾ ਮੰਨਦੇ ਨੇ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਵਿਹੂਣੇ ਹਨ। ਉਹ ਮੁਰਦਿਆਂ ਦੇ ਮਨਿੰਦ ਨੇ, ਉਹਨਾਂ ਦੀ ਜ਼ਿੰਦਗੀ ਮੁਰਦਿਆਂ। ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਧਨਵੰਤ, ਮਿਰਤਕ ਕਹੀਆ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਅੱਤ ਦਾ ਸੋਹਣਾ ਹੋਵੇ, ਅੱਤ ਦਾ। ਇਹ ਨਹੀਂ ਕੋਈ ਸੁੰਦਰਤਾ ਥੋੜ੍ਹੀ ਬਹੁਤ, ਬਹੁਤ ਜ਼ਿਆਦਾ ਸੁੰਦਰਤਾ, ਇਹਦੀ ਸੁੰਦਰਤਾ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹੋਣ। ਅਤ ਸੁੰਦਰ ਕੁਲੀਨ, ਕੁੱਲ ਬੜੀ ਚੰਗੀ ਹੋਵੇ, ਬੜੀ ਉੱਚੀ ਕੁੱਲ 'ਚ ਜੰਮਿਆ ਹੋਵੇ, ਚੰਗਾ ਵਧੀਆ ਖਾਨਦਾਨ ਹੋਵੇ, ਤੇ ਮੁੱਖ ਤੋਂ ਬੜਾ ਚਤਰ ਹੋਵੇ, ਗੱਲਾਂ ਬੜੀਆਂ ਕਰ ਲੈਂਦਾ ਹੋਵੇ, ਗਿਆਨ ਬੜਾ ਹੋਵੇ, ਦੁਨੀਆ ਦਾ ਇਕੱਠਾ ਕੀਤਾ ਹੋਇਆ। ਮੁੱਖ ਗਿਆਨੀ ਹੋਵੇ, ਮੁੱਖ ਗਿਆਨੀ ਵੀ ਗਿਆਨ ਦੀਆਂ ਗੱਲਾਂ ਹੀ ਕਰਦਾ, ਅੰਦਰ ਗਿਆਨ ਨਹੀਂ। ਧਨਵੰਤ, ਬੜਾ ਵੱਡਾ ਧਨਵਾਨ ਸ਼ਾਹੂਕਾਰ ਹੋਵੇ, ਪੈਸੇ ਦੀ ਕੋਈ ਥੁੜ ਨਾ ਹੋਵੇ। ਤੇ ਜੇ ਰੱਬ ਦੀ ਪ੍ਰੀਤ ਤੋਂ ਵਿਹੂਣਾ, ਮੇਰੇ ਪਾਤਸ਼ਾਹ ਕਹਿੰਦੇ ਉਹ ਜਿਉਂਦਿਆਂ ਜੀ ਮੁਰਦਿਆਂ ਦੇ ਮਨਿੰਦ ਹੈ। ਜਿਉਂਦਿਆਂ ਜੀ ਕੌਤਕ ਕੋੜ ਤਮਾਸਿਆ, ਚਿਤ ਨਾ ਆਪ ਸੁਨਾਓ।
ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਂ। ਉਹਦੀ ਜ਼ਿੰਦਗੀ ਮੁਰਦਿਆਂ ਦੇ ਮਨਿੰਦ ਹੈ। ਪਾਤਸ਼ਾਹ ਕਹਿੰਦੇ ਤਿਨਾਂ ਦੀ ਦੇਹ ਸੁੰਝੀ ਹੈ, ਪਰਮੇਸ਼ਰ ਦੇ ਸ਼ੁਭ ਗੁਣਾਂ ਤੋਂ ਵਿਹੂਣੀ ਖਾਲੀ ਹੈ। ਔਰ ਇਹੋ ਜਿਹੇ ਮਨਮੁਖ ਲੋਕ ਜਿਵੇਂ ਕਰੰਜੂਏ ਦੇ ਬੂਟੇ 'ਚ ਸੱਪ ਉਲਝ ਕੇ ਮਰ ਜਾਂਦਾ, ਵਿੱਚੋਂ ਨਿਕਲ ਨਹੀਂ ਸਕਦਾ, ਇਹੋ ਜਿਹਾ ਕੰਡਿਆਲਾ ਜਿਹਾ ਬੂਟਾ ਹੁੰਦਾ ਕਰੰਜੂਏ ਦਾ। ਕਹਿੰਦੇ ਇੱਦਾਂ ਸੰਸਾਰ ਦੇ ਵਿਕਾਰਾਂ ਰੂਪੀ ਕਰੰਜੂਏ ਵਿੱਚ ਇਹ ਫਸਿਆ ਹੋਇਆ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ, ਵਿੱਚੋਂ ਨਿਕਲ ਹੀ ਨਹੀਂ ਸਕਦਾ। ਕਹਿੰਦਾ ਰਹਿੰਦਾ ਕੋਈ ਸਮਾਂ ਆਵੇਗਾ, ਵੇਲ ਮਿਲੇਗੀ, ਰੱਬ ਰੱਬ ਕਰਾਂਗੇ, ਬਸ ਇੱਕ ਵਾਰੀ ਰਿਟਾਇਰਮੈਂਟ ਮਿਲ ਜਾਏ, ਰਿਟਾਇਰਮੈਂਟ ਤੋਂ ਬਾਅਦ ਫਿਰ ਬਾਕੀ ਦੀ ਜਿਹੜੀ ਜ਼ਿੰਦਗੀ ਮਿਲਣੀ ਹੈ ਉਹ ਫਿਰ ਰੱਬ ਰੱਬ ਕਰਦੇ ਬਤੀਤ ਕਰਨੀ। ਉਸ ਤੋਂ ਬਾਅਦ ਵੀ ਫਿਰ ਕਿਹੜਾ ਜ਼ਿੰਦਗੀ ਤੋਂ ਰਿਟਾਇਰ ਹੋ ਜਾਂਦਾ, ਕਿਹੜਾ ਕੰਮਾਂ ਤੋਂ ਰਿਟਾਇਰ ਹੋ ਜਾਂਦਾ। ਹਾਂ, ਸਰੀਰ ਨੂੰ ਜਿੰਨਾ ਚਿਰ ਚੱਲਦਾ ਚਲਾਉਣਾ ਚਾਹੀਦਾ, ਪਰ ਜਿਹੜਾ ਕੰਮ ਸਾਡੇ ਨਿੱਜੀ ਜੀਵਨ ਵਿੱਚ ਸਾਡੇ ਲਈ ਕੰਮ ਆਉਣਾ, ਉਹਦੇ ਵਾਸਤੇ ਵੀ ਤਾਂ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ। ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਕਰੰਜੂਏ ਦੇ ਬੂਟੇ ਵਿੱਚ ਜਿਵੇਂ ਸੱਪ ਉਲਝਿਆ ਸਾਰੀ ਜ਼ਿੰਦਗੀ, ਉਹ ਨਿਕਲ ਹੀ ਨਹੀਂ ਸਕਦਾ, ਵਿੱਚ ਹੀ ਖੱਪ ਖੱਪ ਕੇ ਮਰ ਜਾਂਦਾ। ਇੱਦਾਂ ਆਪਣਿਆਂ ਵਿਕਾਰਾਂ ਵਿੱਚ ਖਪਿਆ ਹੋਇਆ, ਵਿਕਾਰਾਂ ਵਿੱਚ ਖਚਿਤ ਹੋਇਆ ਮਨੁੱਖ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਏ ਮੇਰੇ ਮਨ, ਪਰਮੇਸ਼ਰ ਦਾ ਭਜਨ ਕਰ, ਨਿਰੰਕਾਰ ਦਾ ਜਾਪ ਕਰ, ਵਾਹਿਗੁਰੂ ਦਾ ਭਜਨ ਕਰ। 84 ਲੱਖ ਜੂਨ ਉਪਾਈ, ਜਿਸ ਨੇ 1,84 ਜੂਨੀਆਂ ਪੈਦਾ ਕੀਤੀਆਂ ਹਨ, ਉਸ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰ। ਸੋ ਸਿਮਰੋ ਨਿਰਬਾਣੀ, ਸੋ ਸਿਮਰੋ ਨਿਰਬਾਣੀ, ਸੋ ਸਿਮਰੋ ਨਿਰਵਾਣੀ, ਸੋ ਸਿਮਰੋ ਨਿਰਵਾਣੀ, ਸੋ ਸਿਮਰੋ ਨਿਰਬਾਣੀ, ਸੋ ਸਿਮਰੋ ਨਿਰਬਾਣੀ, ਸੋ ਸਿਮਰੋ ਨਿਰਵਾਣੀ, ਸੋ ਸਿਮਰੋ ਨਿਰਵਾਣੀ। ਇਹ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ, ਨਿਰੰਕਾਰ ਦਾ ਚਿੰਤਨ ਕਰ। ਮਨ ਨੇ ਸਵਾਲ ਕੀਤਾ, ਜਦੋਂ ਕਿਹਾ ਨਾ ਮਨਾ ਜਪ, ਤੇ ਅੱਗੋਂ ਮਨ ਕਹਿੰਦਾ ਕਿਹਨੂੰ ਜਪਾਂ, ਕਿਸ ਨੂੰ ਜਪਾਂ? ਜਿਸ ਨੂੰ ਜਪਾਂ ਉਹ ਰਹਿੰਦਾ ਕਿੱਥੇ ਹੈ, ਉਹਦਾ ਵਾਸਾ ਕਿੱਥੇ ਹੈ? ਅਮਰਾਪੁਰੀ ਵਿੱਚ ਵਾਸਾ ਹੈ, ਕੋਈ ਵੱਖਰੀ ਪੁਰੀ ਹੈ, ਕੋਈ ਵੱਖਰਾ ਸ਼ਹਿਰ ਹੋਵੇ, ਕੋਈ ਦੱਖਣ ਦਿਸ਼ਾ ਵਿੱਚ ਵਸਦਾ ਹੈ, ਕੋਈ ਪੱਛਮ 'ਚ ਵਸਦਾ ਹੈ, ਜਾਂ ਫਿਰ ਕਿਤੇ ਕੋਈ ਹੋਰ ਦਿਸ਼ਾ ਜਿੱਥੇ ਉਹ ਵਸਦਾ ਹੋਵੇ, ਮੈਂ ਜਾ ਕੇ ਉਹਦਾ ਜਾਪ ਜਪਾਂ? ਤੇ ਮੇਰੇ ਪਾਤਸ਼ਾਹ ਕਹਿੰਦੇ ਆ ਮਨਾ, ਉਹ ਤੇਰੇ ਅੰਦਰ ਵਸਦਾ, ਉਹਨੂੰ ਜਪ। ਜਪ ਰਾਮ ਨਾਮ ਹਰ ਮਾਝਾ। ਉਹ ਹਰੀ ਤੇਰੇ, ਮਾਝਾ ਦਾ ਮਤਲਬ ਹੁੰਦਾ ਵਿੱਚ, ਜੋ ਤੇਰੇ ਅੰਦਰ ਹੈ, ਜੋ ਤੇਰੇ ਵਿੱਚ ਹੈ, ਉਹਨੂੰ ਜਪ, ਉਸ ਦੇ ਨਾਮ ਨੂੰ ਜਪ। ਇਹ ਰਾਮ ਨਾਮ, ਇਹ ਰਾਮ ਉਹ ਹੈ ਜਿਹੜਾ ਤੇਰੇ ਅੰਦਰ ਰਮਿਆ ਹੋਇਆ, ਤੇਰੇ ਅੰਦਰ ਵਸਦਾ, ਉਸ ਦਾ ਜਾਪ ਕਰ। ਨਿਰੰਤਰ ਅੱਠੇ ਪੈਰ ਉਹਨੂੰ ਜਪ। ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚੋਂ ਧਿਆ। ਹਾਂਜੀ। ਹਰ ਹਰ ਕਿਰਪਾਲ, ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਹਰੀ ਵਾਹਿਗੁਰੂ ਪਰਮੇਸ਼ਰ ਕਿਰਪਾਲੂ ਹੈ, ਦਿਆਲੂ ਹੈ। ਉਸ ਕਿਰਪਾਲੂ ਦਿਆਲੂ ਨਿਰੰਕਾਰ ਵਾਹਿਗੁਰੂ ਨੇ ਮੇਰੇ ਤੇ ਆਪਣੀ ਕਿਰਪਾ ਧਾਰੀ ਹੈ, ਮੇਰੇ ਤੇ ਆਪਣਾ ਤਰਸ ਕੀਤਾ ਹੈ, ਦਇਆ ਕੀਤੀ ਹੈ, ਔਰ ਉਸਨੇ ਮੈਨੂੰ ਗੁਰੂ ਦੀ ਦਾਤ ਬਖਸ਼ੀ।
ਪਾਰ ਬ੍ਰਹਮ ਪਰਮੇਸ਼ਰ ਦੀ ਕਿਰਪਾ ਨਾਲ ਮੈਨੂੰ ਗੁਰੂ ਮਿਲਿਆ ਹੈ ਤੇ ਮੇਰੇ ਗੁਰੂ ਨੇ ਮੈਨੂੰ ਗਿਆਨ ਦਿੱਤਾ ਹੈ। ਗੁਰ ਗਿਆਨ ਦਿਓ। ਗਿਆਨ ਹੈ ਹੀ ਗੁਰੂ। ਇਹ ਜਿਹੜੀ ਗਿਆਨ ਦੀ ਕੁੰਜੀ ਹੈ ਨਾ, ਗੁਰੂ ਨੇ ਆਪਣੇ ਹੱਥ 'ਚ ਰੱਖੀ। ਮਤ ਕਿਸੇ ਦੇ ਮਨ 'ਚ ਭਰਮ ਹੋਵੇ ਕਿ ਮੈਨੂੰ ਗਿਆਨ ਕਿਤੋਂ ਬਾਹਰੋਂ ਲੱਭੇਗਾ, ਕਿਤੋਂ ਕਿਸੇ ਯੂਨੀਵਰਸਿਟੀ 'ਚੋਂ, ਕਿਸੇ ਕਾਲਜ ਵਿੱਚੋਂ। ਆਓ ਪੜ੍ਹਾਈ ਵੀ ਚਾਹੀਦੀ ਹੈ, ਪੜ੍ਹੋ ਸਮਾਜਿਕ ਤਰੱਕੀ ਲਈ, ਪਰ ਜੇ ਕੋਈ ਆਖੇ ਵੀ ਉੱਥੇ ਸਾਨੂੰ ਆਪਣੇ ਨਿਜ ਆਪੇ ਦਾ ਗਿਆਨ ਲੱਭ ਜਾਣਾ, ਨਹੀਂ ਲੱਭਦਾ। ਉਹ ਗਿਆਨ ਤਾਂ ਗੁਰੂ ਨੇ ਬਖਸ਼ਣਾ। ਗੁਰੂ ਬਿਨਾਂ ਨਹੀਂ ਉਹ ਗਿਆਨ ਹੋ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ। ਗੁਰੂ ਬਿਨਾਂ ਨਹੀਂ ਉਹ ਗਿਆਨ ਉਪਜ ਸਕਦਾ। ਤੋ ਮੇਰੇ ਗੁਰੂ ਨੇ ਮੇਰੇ ਤੇ ਤਰਸ ਕਰਕੇ ਮੈਨੂੰ ਗਿਆਨ ਦਿੱਤਾ ਤੇ ਜਦੋਂ ਗਿਆਨ ਆਇਆ ਤੇ ਮਨ ਸਮਝ ਗਿਆ। ਗੁਰ ਗਿਆਨ ਦਿਓ ਮਨ ਸਮਝਾ। ਮਨ ਨੂੰ ਸਮਝ ਆ ਗਈ। ਹਾਂ, ਜਦੋਂ ਸਮਝ ਆ ਗਈ ਫਿਰ ਟਿਕ ਗਿਆ, ਟਿਕਾ ਗਿਆ। ਬਸ ਮਨ ਸਮਝ ਜਾਏ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਗਿਆਨ ਦਿੱਤਾ। ਜਦੋਂ ਮਨ ਸਮਝ ਗਿਆ ਤੇ ਭਗਤ ਜੀ ਕਹਿੰਦੇ ਗੱਲ ਤਾਂ ਹੈ ਹੀ ਮਨ ਦੀ। ਜਦੋਂ ਇਹ ਮੰਨ ਗਿਆ ਤੇ ਫਿਰ ਰੱਬ ਪਾ ਲਿਆ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਹਾਂਜੀ। ਰਹਾਉ ਹਰ ਕੀ ਰਤ ਕਲ ਜੁਗ ਪਦ ਊਤਮ, ਹਰ ਪਾਈਐ ਸਤਿਗੁਰ ਮਾਝਾ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਇਸ ਕਲਯੁਗ ਵਿੱਚ ਸਭ ਤੋਂ ਸ੍ਰੇਸ਼ਟ ਤੇ ਉੱਤਮ ਪਦਵੀ ਹੈ। ਅਕਾਲ ਪੁਰਖ ਪਰਮੇਸ਼ਰ ਦਾ ਕੀਰਤਨ, ਨਿਰੰਕਾਰ ਦਾ ਕੀਰਤਨ ਕਲਯੁਗ ਵਿੱਚ ਸਭ ਤੋਂ ਸ੍ਰੇਸ਼ਟ, ਸਭ ਤੋਂ ਸਰਵੋਤਮ, ਸਭ ਤੋਂ ਉੱਤਮ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਕੀਰਤਨ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ। ਪਰ ਇਹ ਜਿਹੜੀ ਕੀਰਤੀ ਹੈ, ਇਹ ਜਿਹੜਾ ਕੀਰਤਨ ਹੈ ਪਰਮੇਸ਼ਰ ਦਾ, ਇਹ ਸਤਿਗੁਰਾਂ ਵਿੱਚੋਂ ਪ੍ਰਾਪਤ ਹੁੰਦਾ ਹੈ। ਹਰ ਪਾਈਐ ਸਤਿਗੁਰ ਮਾਝਾ। ਸਤਿਗੁਰਾਂ ਵਿੱਚੋਂ ਹਰੀ ਦੀ ਕੀਰਤ ਕਰਨ ਦੀ ਜੁਗਤ ਪ੍ਰਾਪਤ ਹੁੰਦੀ ਹੈ ਕਿ ਹਰੀ ਦੀ ਕੀਰਤ ਕਿਵੇਂ ਕਰਨੀ ਹੈ, ਕਿਹੜੇ ਸ਼ਬਦ ਵਰਤਣੇ ਨੇ ਪਰਮੇਸ਼ਰ ਦੀ ਕੀਰਤੀ ਵਿੱਚ। ਉਹ ਸਤਿਗੁਰਾਂ ਦੀ ਪਾਵਨ ਬਾਣੀ 'ਚੋਂ ਗਿਆਨ ਪ੍ਰਾਪਤ ਹੁੰਦਾ ਹੈ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾਜਾ। ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਆਪਣੇ ਸਤਿਗੁਰਾਂ ਤੋਂ ਬਾਹਰੇ ਜਾਵਾਂ, ਕੁਰਬਾਨ ਜਾਵਾਂ। ਜਿਸ ਸਤਿਗੁਰੂ ਜੀ ਨੇ ਮੇਰੇ ਤੇ ਤਰਸ ਕਰਕੇ, ਦਇਆ ਕਰਕੇ ਮੇਰੇ ਅੰਦਰ ਜਿਹੜਾ ਗੁਪਤ ਨਾਮ ਸੀ ਉਸ ਨੂੰ ਪਰਗਾਝਾ, ਪ੍ਰਗਟ ਕਰ ਦਿੱਤਾ। ਜਿਨ ਗੁਪਤ ਨਾਮ ਪਰਗਾਝਾ। ਨਾਮ ਤਾਂ ਸਾਰਿਆਂ ਵਿੱਚ ਹੈ ਪਰ ਗੁਪਤ ਹੈ ਨਾ। ਮੇਰੇ ਜਿਸ ਗੁਰੂ ਨੇ ਕਿਰਪਾ ਕਰਕੇ, ਤਰਸ ਕਰਕੇ ਉਸ ਗੁਪਤ ਨਾਮ ਨੂੰ ਪ੍ਰਗਟ ਕੀਤਾ ਹੈ, ਮੈਂ ਆਪਣੇ ਐਸੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ। ਦਰਸ਼ਨ ਸਾਧ ਮਿਲਿਓ ਵਡ ਭਾਗੇ, ਸਭ ਕਿਲ ਵਿਖ ਗਏ ਗਵਾਜਾ। ਕਹਿੰਦੇ ਭਾਈ ਮਹਾਂਪੁਰਸ਼ਾਂ ਸਾਧੂਆਂ ਦੇ ਦਰਸ਼ਨ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਹਨ। ਹਰ ਇੱਕ ਨੂੰ ਸਾਧੂਆਂ ਦੇ ਦਰਸ਼ਨ ਨਹੀਂ ਹੁੰਦੇ। ਜਿਨ੍ਹਾਂ ਨੂੰ ਨਹੀਂ ਹੁੰਦੇ ਉਹ ਕਹਿੰਦੇ ਇਹ ਤਾਂ ਪਖੰਡੀ ਤੁਰੇ ਫਿਰਦੇ ਆ, ਸੰਸਾਰ 'ਚ ਸਾਧੂ ਤਾਂ ਕੋਈ ਹੈ ਹੀ ਨਹੀਂ। ਪਰ ਜਿਨ੍ਹਾਂ ਦੇ ਭਾਗ ਸਵੱਲੇ ਹੋਣ, ਜਿਨ੍ਹਾਂ ਦੇ ਕਰਮ ਚੰਗੇ ਹੋਣ, ਉਹਨਾਂ ਨੂੰ ਸਾਧੂਆਂ ਦੇ ਦਰਸ਼ਨ ਹੁੰਦੇ ਆ। ਨਾਮ ਜਪਣ ਵਾਲੀਆਂ ਗੁਰਮੁਖ ਰੂਹਾਂ ਦਾ ਸੰਗ ਤਿਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗ ਵੱਡੇ ਹਨ।
ਔਰ ਜਿਨ੍ਹਾਂ ਨੂੰ ਸਾਧੂ ਜਨਾਂ ਦਾ ਸੰਗ ਪ੍ਰਾਪਤ ਹੁੰਦਾ ਹੈ, ਪਾਤਸ਼ਾਹ ਕਹਿੰਦੇ ਉਹਨਾਂ ਦੇ ਜਿੰਨੇ ਕਿਲ ਵਿਖ ਨੇ, ਜਿੰਨੇ ਪਾਪ ਨੇ, ਉਹ ਸਾਰੇ ਪਾਪ ਗਵਾਝਾ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਉਹਨਾਂ ਸਾਰੇ ਪਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਸਤਿਗੁਰ ਸਾਹੋ ਪਾਇਆ ਵਡਦਾਣਾ, ਹਰ ਕੀਏ ਬਹੁ ਗੁਣ ਸਾਚਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਸੱਚੇ ਸ਼ਾਹੂਕਾਰ ਹਨ ਔਰ ਬੜੇ ਦਾਨੇ ਹਨ, ਬੜੇ ਦਾਨੇ ਦਾਨਸ਼ਮੰਦ ਨੇ, ਉਹਨਾਂ ਨਾਲ ਮਿਲ ਕੇ ਮੈਂ ਗੁਣਾਂ ਦੀ ਸਾਂਝ ਕੀਤੀ। ਗੁਣ ਕਿਵੇਂ ਸਾਂਝੇ ਕੀਤੇ ਨੇ? ਗੁਣ ਸਾਂਝੇ ਹੁੰਦੇ ਆ ਵੀ ਜਦੋਂ ਸਾਡੇ ਕੋਲ ਕੁਝ ਗੁਣ ਹੋਵੇ ਤੇ ਦੂਜੇ ਕੋਲ ਉਹ ਗੁਣ ਦੇ ਕੇ ਉਹਦੇ ਕੋਲ ਜਿਹੜਾ ਗੁਣ ਹੈ ਉਹ ਆਪ ਲੈ ਲੈਣਾ। ਪਰ ਸਿੱਖ ਤਾਂ ਔਗਣਾ ਭਰਿਆ ਹੈ, ਇਹਦੀ ਗੁਰੂ ਨਾਲ ਸਾਂਝ ਕਿਵੇਂ ਪਵੇ? ਕਿਹੜਾ ਗੁਣ ਭੇਟ ਕਰੇ ਗੁਰੂ ਨੂੰ ਕਿ ਬਦਲੇ 'ਚ ਗੁਰੂ ਕੋਲੋਂ ਇਹਨੂੰ ਗੁਣ ਪ੍ਰਾਪਤ ਹੋਣ? ਸਿੱਖ ਦੇ ਕੇਵਲ ਇੱਕੋ ਇੱਕ ਗੁਣ ਹੈ ਜਿਹੜਾ ਗੁਰੂ ਚਰਨਾਂ 'ਚ ਭੇਟ ਕਰਨਾ, ਅਰਪਣ ਕਰਨਾ, ਤੇ ਬਦਲੇ ਵਿੱਚ ਉਹਨੂੰ ਸਾਰੇ ਗੁਣ ਪ੍ਰਾਪਤ ਹੋ ਜਾਣੇ ਨੇ। ਤਾਂ ਸਿੱਖ ਦਾ ਉਹ ਗੁਣ ਹੈ ਆਪਣੇ ਗੁਰੂ ਤੇ ਅਟੁੱਟ ਤੇ ਅੰਨੀ ਸ਼ਰਧਾ। ਅਥਾਹ ਸ਼ਰਧਾ ਆਪਣੇ ਗੁਰੂ ਤੇ। ਸਿੱਖ ਨੇ ਕੇਵਲ ਇਹ ਗੁਣ ਅਰਪਣ ਕਰਨਾ ਔਰ ਬਦਲੇ 'ਚ ਗੁਰੂ ਨੇ ਸਾਰੇ ਗੁਣ ਬਖਸ਼ ਦੇਣੇ ਹਨ। ਹਾਂਜੀ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਜਿਨ੍ਹਾਂ ਤੇ ਜਗਤ ਦੇ ਜੀਵਨ ਵਾਹਿਗੁਰੂ ਨੇ, ਪਾਰ ਬ੍ਰਹਮ ਨੇ, ਪਰਮੇਸ਼ਰ ਨੇ ਆਪਣੀ ਕਿਰਪਾ ਕੀਤੀ, ਉਹਨਾਂ ਨੇ ਆਪਣੇ ਹਿਰਦੇ 'ਚ ਹਰੀ ਨੂੰ ਵਸਾਇਆ। ਉਹਨਾਂ ਦੇ ਹਿਰਦਿਆਂ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦਾ ਸਾਖਸ਼ਾਤਕਾਰ ਹੋਇਆ ਹੈ। ਜਿਨ੍ਹਾਂ ਤੇ ਜਗਤ ਦੇ ਜੀਵਨ ਸਵਰੂਪ ਅਕਾਲ ਪੁਰਖ ਪਰਮੇਸ਼ਰ ਨੇ ਆਪਣੀ ਕਿਰਪਾ ਕੀਤੀ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਆਹ ਕਹਿੰਦੇ ਹੁਣ ਧਰਮ ਰਾਜੇ ਨੇ ਸਾਡੇ ਲੇਖੇ ਦੇ ਕਾਗਜ਼ ਪਾੜ ਦਿੱਤੇ ਹਨ, ਕਿਉਂਕਿ ਲੇਖਾ ਸਮਝ ਵਿੱਚ ਆ ਗਿਆ, ਹਿਸਾਬ ਕਿਤਾਬ ਨਿਬੜ ਗਿਆ। ਕੋਈ ਲੇਖਾ ਜੋਖਾ ਮੇਰੇ ਮਾਲਕ ਨੇ, ਮੇਰੇ ਸਾਹਿਬ ਨੇ ਰਹਿਣ ਹੀ ਨਹੀਂ ਦਿੱਤਾ, ਜਿਸ ਕਰਕੇ ਹੁਣ ਉਹ ਕਾਗਜ਼, ਜਦੋਂ ਇਕਰਾਰਨਾਮਾ ਪੂਰਾ ਹੋ ਜਾਏ, ਜੋ ਲਿਖਿਆ ਹੁੰਦਾ ਕਾਗਜ਼ ਉਹ ਬਿਆਨੇ ਦਾ ਫਿਰ ਪਾੜ ਦਿੱਤਾ ਜਾਂਦਾ ਵੀ ਹੁਣ ਇਹ ਖਤਮ। ਠੀਕ। ਜਿੰਨੇ ਲੇਖੇ ਜੋਖੇ ਦੇ ਕਾਗਜ਼ ਸੀ ਨਾ ਜਨਮਾਂ ਜਨਮਾਂਤਰਾਂ ਦੇ, ਮੇਰੇ ਸਾਹਿਬ ਨੇ ਮੇਰੇ ਤੇ ਤਰਸ ਕੀਤਾ, ਦਇਆ ਕੀਤੀ ਹੈ। ਉਹਨਾਂ ਦੀ ਦਇਆ ਨਾਲ ਹੁਣ ਉਹ ਲੇਖੇ ਦੇ ਕਾਗਜ਼ ਧਰਮਰਾਜੇ ਨੇ ਪਾੜ ਦਿੱਤੇ। ਉਹਨਾਂ ਦਾ ਲੇਖਾ ਨਹੀਂ ਰਹਿ ਗਿਆ, ਉਹ ਲੇਖੇ ਤੋਂ ਮੁਕਤ ਹੋ ਗਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਚਰਨਾਂ 'ਚ ਰਜੋਈਆਂ ਨੇ ਮਹਾਰਾਜ, ਸਾਡਾ ਵੀ ਲੇਖਾ ਜੋਖਾ ਨਾ ਕਰਿਓ, ਕਿਉਂਕਿ ਜੇ ਲੇਖਾ ਜੋਖਾ ਕੀਤਾ ਫਿਰ ਨਹੀਂ ਅਸੀਂ ਛੁੱਟਦੇ। ਲੇਖਾ ਕਤਹਿ ਨਾ ਛੂਟੀ ਹੈ, ਗਿਣਤੀ ਮਿਣਤੀ ਦੇ ਨਾਲ ਨਹੀਂ ਅਸੀਂ ਛੁੱਟਣਾ, ਅਸੀਂ ਮੁਕਤ ਹੋਣਾ। ਕਿਰਪਾ ਕਰੋ, ਦਇਆ ਕਰੋ, ਤਰਸ ਕਰੋ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਮਹਾਰਾਜ ਤਰਸ ਕਰੋ ਸਾਡੇ ਤੇ, ਕਿਰਪਾ ਕਰੋ। ਲੜੀਵਾਰ ਕਥਾ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ।
47 ਸ਼ਬਦ ਪਿੱਛੇ ਸੰਪੂਰਨ ਹੋ ਚੁੱਕੇ ਨੇ ਰਾਗ ਧਨਾਸਰੀ ਦੇ। 48ਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਮਨ ਬਿਰਤੀਆਂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਨਾਲ ਜੋੜਦੇ ਆਖੋ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾ। ਜਨ ਕੇ ਪੂਰਨ ਹੋਏ ਕਾਮ। ਮਨੁੱਖ ਕਹਿੰਦਾ ਹੈ ਮੇਰੇ ਬੜੇ ਕੰਮ ਹਾਲੇ ਅਧੂਰੇ ਨੇ ਜੋ ਮੈਂ ਕਰਨੇ ਹਨ। ਅਰਦਾਸ ਕਰਦਾ ਮਹਾਰਾਜ ਮੇਰਾ ਇਹ ਕੰਮ ਪੂਰਾ ਹੋ ਜਾਏ, ਬਸ ਆਹ ਕੰਮ ਪੂਰਾ ਹੋ ਜਾਏ ਫਿਰ ਮੈਂ ਸੁਰਖ। ਸਮਾਂ ਪਾ ਕੇ ਉਸ ਕੰਮ ਦੀ ਪੂਰਤੀ ਹੁੰਦੀ ਹੈ। ਉਸ ਦੀ ਪੂਰਤੀ ਹਾਲੇ ਹੋਣੀ ਹੁੰਦੀ ਹੈ, ਅਗਲਾ ਕੰਮ ਜਾਗ ਪੈਂਦਾ। ਜ਼ਿੰਦਗੀ ਆਖਰਕਾਰ ਸਮਾਪਤ ਹੋ ਜਾਂਦੀ ਹੈ, ਕੰਮ ਪੂਰੇ ਨਹੀਂ ਹੁੰਦੇ। ਬਹੁਤ ਕੁਝ ਹਾਲੇ ਕਰਨਾ ਸੀ, ਬਹੁਤ ਕੁਝ ਸੋਚਿਆ ਸੀ, ਪਰ ਜ਼ਿੰਦਗੀ ਸਮਾਪਤ ਹੋ ਗਈ। ਆਖਰਕਾਰ ਕਿੰਨੇ ਕੁ ਕੰਮ ਨੇ, ਜ਼ਿੰਦਗੀ ਬਿਲਕੁਲ ਤੁੱਛ ਜੀ, ਥੋੜਾ ਜਿਹਾ ਸਮਾਂ, ਉਹਦੇ ਵਿੱਚ ਕਿੰਨੇ ਕੁ ਕੰਮ ਕਰ ਸਕਦਾ। ਕਾਮਨਾ ਰਹਿ ਗਈ ਵੀ ਇਹ ਕੰਮ ਹਾਲੇ ਹੋਰ ਕਰਨੇ ਸਨ, ਇਹ ਕੰਮ ਹਾਲੇ ਹੋਰ ਰਹਿੰਦੇ ਸਨ। ਅਗਲਾ ਜਨਮ ਮਿਲ ਗਿਆ ਵੀ ਚੱਲ ਉਹਨਾਂ ਕਾਮਨਾਵਾਂ ਦੀ ਪੂਰਤੀ ਹੋਰ ਕਰ ਲੈ। ਉਹ ਵੀ ਜ਼ਿੰਦਗੀ ਬੀਤ ਗਈ, ਕਾਮਨਾਵਾਂ ਕੰਮ ਹਾਲੇ ਵੀ ਚੱਲ ਰਹੇ ਨੇ, ਹੋਰ ਅਗਲਾ ਜੀਵਨ, ਹੋਰ ਅਗਲਾ ਜੀਵਨ। ਉਹ ਕਾਮਨਾ ਹੀ ਜਨਮ ਤੇ ਮਰਨ ਦਾ ਮੂਲ ਕਾਰਨ ਬਣੀ ਰਹੀ। ਪਰ ਦੂਜੇ ਨਿਰੰਕਾਰ ਦਾ ਭਜਨ ਕਰਨ ਵਾਲੇ ਅਕਾਲ ਪੁਰਖ ਦੀ ਬੰਦਗੀ 'ਚ ਸੁਰਖਰੂ ਹੋਏ ਮਨੁੱਖ, ਉਹ ਕਹਿੰਦੇ ਸਾਡੇ ਕਰਨ ਵਾਸਤੇ ਹੁਣ ਪਿੱਛੇ ਕੁਝ ਬਾਕੀ ਨਹੀਂ ਰਿਹਾ। ਪੁੱਛਿਆ ਜੀ ਫਿਰ ਆਓਗੇ? ਕਹਿੰਦੇ ਕਿਉਂ ਆਉਣਾ ਹੈ ਦੁਬਾਰਾ? ਹੁਣ ਬਹੁਰ ਹਮ ਕਾਹੇ ਆਵਾਂਗੇ, ਹੁਣ ਕਿਉਂ ਆਵਾਂਗੇ ਅਸੀਂ? ਕਿਉਂਕਿ ਜੋ ਕੰਮ ਕਰਨਾ ਸੀ ਉਹ ਤਾਂ ਕਰ ਲਿਆ, ਪੂਰਨ ਹੋ ਗਿਆ। ਹੁਣ ਜੋ ਕੰਮ ਪੂਰਨ ਹੋ ਗਏ ਨੇ ਤੇ ਫਿਰ ਦੁਬਾਰਾ ਆਉਣ ਦਾ ਤਾਂ ਮਤਲਬ ਹੀ ਨਹੀਂ ਰਹਿ ਜਾਂਦਾ, ਮਕਸਦ ਹੀ ਨਹੀਂ ਰਹਿ ਜਾਂਦਾ। ਇੱਥੇ ਉਹਨਾਂ ਦੀ ਗੱਲ ਕਰ ਰਹੇ ਨੇ ਮਹਾਰਾਜ ਕਿ ਜਨਾਂ ਦੇ, ਰੱਬ ਦੇ ਪਿਆਰਿਆਂ ਦੇ ਜਿੰਨੇ ਵੀ ਕੰਮ ਨੇ ਉਹ ਪੂਰਨ ਹੋ ਗਏ ਨੇ। ਉਹਨਾਂ ਲਈ ਹੁਣ ਕੁਝ ਹੋਰ ਕਰਨਾ ਬਾਕੀ ਨਹੀਂ ਰਿਹਾ ਕਿ ਆਹ ਕੰਮ ਰਹਿ ਗਿਆ, ਆਹ ਰਹਿ ਗਿਆ, ਆਹ ਵੀ ਕਰ ਲਈਏ, ਆਹ ਵੀ ਕਰ ਲਈਏ। ਕੁਝ ਕਰਨਾ ਵੀ ਬਾਕੀ ਨਹੀਂ ਰਿਹਾ। ਉਹ ਕਹਿੰਦੇ ਹੇ ਵਾਹਿਗੁਰੂ, ਮੈਂ ਜੋ ਕਰਨਾ ਸੀ ਆਪਣਾ ਕਾਰਜ ਕਰ ਲਿਆ, ਸੁਰਖਰੂ ਹੋ ਗਿਆ, ਮੇਰੇ ਸਾਰੇ ਕੰਮ ਪੂਰਨ ਹੋ ਗਏ। ਇੱਕ ਐਸੀ ਅਵਸਥਾ ਹੈ ਜਿੱਥੇ ਪਹੁੰਚ ਕੇ ਦੁਨੀਆ ਦੇ ਕਿਸੇ ਵੀ ਕੰਮ ਦੀ ਇੱਛਾ ਨਹੀਂ ਰਹਿ ਜਾਂਦੀ। ਐਸਾ ਨਹੀਂ ਕਿ ਉਹ ਕਿਰਤ ਬਿਰਤ ਨਹੀਂ ਕਰਦੇ, ਉਹ ਕੰਮ ਧੰਦੇ ਛੱਡ ਕੇ ਬਹਿ ਜਾਂਦੇ, ਐਸਾ ਨਹੀਂ ਹੈ। ਪਰ ਮਾਨਸਿਕ ਤੌਰ 'ਤੇ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ ਕਿ ਉਹ ਸੰਤੁਸ਼ਟ ਹੋ ਜਾਂਦੇ ਹਨ, ਸਬਰ ਦੇ ਸਹਿਤ ਹੋ ਜਾਂਦੇ, ਤੇ ਉਹਨਾਂ ਦੀਆਂ ਸਾਰੀਆਂ ਹੀ ਕਾਮਨਾਵਾਂ ਪੂਰਨ ਨੇ। ਮੇਰੇ ਦਾਤੇ ਨੇ ਮੈਨੂੰ ਬੇਅੰਤ ਕੁਝ ਦੇ ਕੇ ਨਿਵਾਜਿਆ, ਹੋਰ ਕੀ ਲੈਣਾ, ਹੋਰ ਕੀ ਇੱਛਾ ਹੈ? ਕਾਮਨਾਵਾਂ ਤਾਂ ਪੂਰੀਆਂ ਹੀ ਨਹੀਂ ਹੋਣੀਆਂ। ਮੈਂ ਤਾਂ ਇਹੀ ਇੱਕ ਕਾਮਨਾ ਕਰਦਾ ਹਾਂ, ਹੇ ਵਾਹਿਗੁਰੂ, ਮੈਂ ਸਾਰੀਆਂ ਕਾਮਨਾਵਾਂ ਤੋਂ ਰਹਿਤ ਹੋ ਜਾਵਾਂ, ਕੋਈ ਕਾਮਨਾ ਪਿੱਛੇ ਨਾ ਰਹੇ। ਤੋ ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ, ਤੇਰੇ ਜਿਹੜੇ ਜਨ ਹਨ
ਉਹਨਾਂ ਦੇ ਸਾਰੇ ਕਾਰਜ ਸਾਰੇ ਕੰਮ ਪੂਰਨ ਹੋ ਗਏ। ਕਲੀ ਕਾਲ ਮਹਾ ਵਿਖਿਆ ਮਹਿ। ਕਲੀ ਕਾਲ ਦਾ ਇਹ ਬੜਾ ਭਿਆਨਕ ਸਮਾਂ ਜਿੱਥੇ ਹਰ ਪਾਸੇ ਵੇਖ ਹੀ ਵੇਖ ਜ਼ਹਿਰ ਹੀ ਜ਼ਹਿਰ ਵਰਤ ਰਿਹਾ। ਜਿੱਧਰ ਵੇਖੋ ਜ਼ਹਿਰ ਹੀ ਉਗਲਿਆ ਜਾ ਰਿਹਾ। ਕਲੀ ਕਾਲ ਦਾ ਇਹ ਸਮਾਂ ਹੈ। ਕਲੀ ਕਾਲ ਦੇ ਸਮੇਂ ਦੇ ਵਿੱਚ ਜਿੱਥੇ ਮਹਾ ਵਿਖਿਆ ਹੈ, ਭਿਆਨਕ ਜ਼ਹਿਰ ਹੈ। ਲੱਜਾ ਰਾਖੇ ਰਾਮ। ਇਹੋ ਜਿਹੇ ਭਿਆਨਕ ਮਾਹੌਲ ਵਿੱਚ ਮੇਰੇ ਮਾਲਕ ਨੇ ਆਪਣਿਆਂ ਜਨਾਂ ਨੂੰ ਡਿੱਗਣ ਨਹੀਂ ਦਿੱਤਾ, ਡੋਲਣ ਨਹੀਂ ਦਿੱਤਾ। ਆਪਣਿਆਂ ਜਨਾਂ ਦੀ ਲੱਜਾ ਰੱਖ ਲਈ, ਪੈਜ ਰੱਖ ਲਈ। ਇਹਦੇ ਤੋਂ ਵੱਡੀ ਦਾਤ ਕਿਹੜੀ ਹੋ ਸਕਦੀ? ਇਹੋ ਜਿਹੇ ਕਲੀ ਕਾਲ ਦੇ ਸਮੇਂ ਵਿੱਚ ਜਿੱਥੇ ਮਹਾ ਵਿਖਿਆ ਹੀ ਹਰ ਜਗ੍ਹਾ ਤੇ ਹਰ ਥਾਂ ਤੇ ਵਰਤ ਰਹੀ ਹੈ, ਜਿੱਥੇ ਜੀਵ ਜ਼ਹਿਰ ਨਾਲ ਭਰੇ ਹੋਏ, ਵਿਕਾਰਾਂ ਨਾਲ ਭਰੇ ਹੋਏ, ਆਪਣੇ ਕਿਰਦਾਰ ਤੋਂ ਆਪਣੇ ਆਚਰਣ ਤੋਂ ਡਿੱਗ ਰਹੇ ਨੇ, ਭ੍ਰਸ਼ਟ ਹੋ ਰਹੇ ਨੇ, ਗਰਕ ਹੋ ਰਹੇ ਨੇ, ਜੀਵਦੇ ਜੀ ਨਰਕ ਭੋਗ ਰਹੇ ਨੇ। ਇਹੋ ਜਿਹੇ ਕਲਯੁਗ ਦੇ ਘੋਰ ਤੇ ਭਿਆਨਕ ਸਮੇਂ ਵਿੱਚ ਵਾਹਿਗੁਰੂ ਨੇ ਆਪਣਿਆਂ ਜਨਾਂ ਦੀ ਪੈਜ ਰੱਖ ਲਈ, ਉਹਨਾਂ ਨੂੰ ਡਿੱਗਣ ਨਹੀਂ ਦਿੱਤਾ। ਇਹਦੇ ਤੋਂ ਵੱਡੀ ਅਮੋਲਕ ਦਾਤ ਕਿਹੜੀ ਹੋ ਸਕਦੀ ਹੈ ਰੱਬ ਦੀ? ਮੇਰੇ ਸਾਹਿਬ ਨੇ, ਮੇਰੇ ਸੁਆਮੀ ਨੇ ਮੇਰੇ ਤੇ ਤਰਸ ਕਰਕੇ ਮੇਰੀ ਲੱਜਾ ਰੱਖ ਲਈ ਇਹੋ ਜਿਹੇ ਕਲੀ ਕਾਲ ਦੇ ਸਮੇਂ 'ਚ। ਹਾਂਜੀ। ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਨਿਕਟ ਨਾ ਆਵੇ ਜਾਮ। ਜਿਹੜੇ ਆਪਣੇ ਸੁਆਮੀ ਨੂੰ ਸਿਮਰਦੇ ਹਨ, ਇਹ ਜਾਣ ਕੇ ਕਿ ਉਹ ਸੁਆਮੀ ਮੇਰਾ ਹੈ, ਤੇ ਆਪਣੇ ਸੁਆਮੀ ਨੂੰ ਸਿਮਰਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹਨਾਂ ਦੇ ਨੇੜੇ ਜਮ ਨਹੀਂ ਆਉਂਦੇ, ਨਿਕਟ ਨਾ ਆਵੇ ਜਾਮ। ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਜੋ ਆਪਣੇ ਸੁਆਮੀ ਨੂੰ ਸਿਮਰਦੇ ਹਨ, ਜੋ ਆਪਣੇ ਸੁਆਮੀ ਦੀ ਆਰਾਧਨਾ ਕਰਦੇ ਹਨ। ਮੁਕਤ ਬੈਕੁੰਠ ਸਾਧ ਕੇ ਸੰਗਤ, ਜਨ ਪਾਇਓ ਹਰਿ ਕਾ ਧਾਮ। ਜਿਹੜੀ ਸਾਧੂ ਦੀ ਸੰਗਤ ਹੈ ਨਾ, ਸਾਧ ਸੰਗਤ, ਰੱਬ ਦੇ ਪਿਆਰੇ ਵਾਸਤੇ ਸਾਧ ਸੰਗਤ ਦੁਨੀਆ ਦੀ ਸਭ ਤੋਂ ਵੱਡੀ ਮੁਕਤੀ ਦਾ ਸਥਾਨ ਹੈ। ਉਹ ਕਹਿੰਦਾ ਵੀ ਜੇ ਮੁਕਤੀ ਹੈ ਕਿਤੇ ਤਾਂ ਉਹ ਸਾਧੂਆਂ ਦੀ ਸੰਗਤ ਵਿੱਚ, ਸਾਧ ਸੰਗਤ ਵਿੱਚ। ਆ ਮੁਕਤੀ ਹੈ ਨਾ। ਹੁਣ ਸਾਰੇ ਪਾਸੋਂ ਉਪਰਾਮ ਹੋ ਕੇ ਗੁਰੂ ਸੰਗਤ ਵਿੱਚ, ਸਤਿਗੁਰਾਂ ਦੀ ਸੰਗਤ ਵਿੱਚ ਕੁਝ ਸਮੇਂ ਲਈ ਬਹਿ ਕੇ ਕਥਾ ਕੀਰਤਨ ਸੁਣ ਰਹੇ। ਇਹਦੇ ਤੋਂ ਵੱਡੀ ਮੁਕਤੀ ਕਿਹੜੀ? ਸਾਧ ਹੈ ਤੇ ਸਾਧ ਸੰਗਤ ਹੀ ਉਹਨਾਂ ਲਈ ਬੈਕੁੰਠ ਹੈ। ਬੈਕੁੰਠ ਕਹਿੰਦੇ ਨੇ ਸੱਚਖੰਡ ਨੂੰ। ਸਾਧ ਸੰਗਤ ਸੱਚਖੰਡ ਹੈ। ਇਹ ਸਾਧ ਸੰਗਤ ਸੱਚਖੰਡ ਹੈ, ਇਹ ਬੈਕੁੰਠ ਹੈ। ਰੱਬ ਦੇ ਪਿਆਰਿਆਂ ਵਾਸਤੇ ਸਾਧ ਸੰਗਤ ਬੈਕੁੰਠ ਧਾਮ ਹੈ। ਜਨ ਪਾਇਓ ਹਰਿ ਕਾ ਧਾਮ। ਆਹਾ, ਕਹਿੰਦੇ ਜਨਾਂ ਨੂੰ, ਰੱਬ ਦੇ ਪਿਆਰਿਆਂ ਨੂੰ ਸਾਧ ਸੰਗਤ ਵਿੱਚ ਹਰੀ ਦਾ ਘਰ ਦਿਸਿਆ। ਉਹਨਾਂ ਨੂੰ ਵੀ ਹਰੀ ਦਾ ਧਾਮ ਹੈ, ਇਹ ਹਰੀ ਦਾ ਘਰ ਹੈ ਸਾਧ ਸੰਗਤ। ਕੋਈ ਪੁੱਛੇ ਵੀ ਰੱਬ ਦਾ ਘਰ ਕਿਹੜਾ, ਪਰਮੇਸ਼ਰ ਦਾ ਘਰ ਕਿਹੜਾ, ਤੇ ਪਰਮੇਸ਼ਰ ਦਾ ਘਰ ਹੈ ਸਾਧ ਸੰਗਤ, ਜਿੱਥੇ ਹਰੀ ਦੀ ਕੀਰਤੀ ਗਾ ਰਹੇ, ਜਿੱਥੇ ਹਰੀ ਦੀ ਸੋਭਾ ਹੋ ਰਹੀ ਹੋਵੇ। ਉਹ ਸਾਧ ਸੰਗਤ ਹੀ ਅਸਲ ਵਿੱਚ ਹਰੀ ਕਾ ਧਾਮ ਹੈ, ਹਰੀ ਦਾ ਘਰ। ਉਰੇ ਸਾਧ ਸੰਗਤ ਜਿਸ ਨੇ ਕਰਨੀ ਆ, ਉਸੇ ਨੂੰ ਲਾਹਾ ਪ੍ਰਾਪਤ ਹੋਣਾ, ਉਸੇ ਨੂੰ ਲਾਭ ਪ੍ਰਾਪਤ ਹੋਣਾ। ਕਈ ਪੁਰਸ਼ ਕਹਿੰਦੇ ਆ ਮੈਂ ਤਾਂ ਨਹੀਂ ਜੀ ਰੱਬ ਰੱਬ ਕਰ ਸਕਦਾ, ਮੇਰੇ ਕੋਲੋਂ ਤਾਂ ਨਹੀਂ ਜੀ ਭਜਨ ਹੁੰਦਾ, ਪਰ ਮੇਰੀ ਘਰਵਾਲੀ ਬੜੀ ਭਜਨੀਕ, ਉਹ ਜਾਂਦੀ ਆ ਰੋਜ਼ ਗੁਰਦੁਆਰੇ, ਉਹਦੇ ਭਾਗਾਂ ਦਾ ਹੀ ਸਾਨੂੰ ਮਿਲੀ ਜਾਂਦਾ। ਤੇ ਜੇ ਉਹ ਜਾਂਦੀ ਆ ਤੇ ਜਿਹੜਾ ਲਾਹਾ ਉਹਨੂੰ ਪ੍ਰਾਪਤ ਹੋਣਾ ਉਸੇ ਨੂੰ ਹੋਣਾ। ਸੱਜਣਾ, ਤੈਨੂੰ ਨਹੀਂ, ਜੇ ਤੂੰ ਪ੍ਰਾਪਤ ਕਰਨਾ ਤੈਨੂੰ ਵੀ ਚੱਲ ਕੇ ਜਾਣਾ ਪੈਣਾ।
ਜੋ ਆਤਮਿਕ ਆਨੰਦ ਹੈ ਗੁਰੂ ਕੀ ਸੰਗਤ ਵਿੱਚ ਆ ਕੇ ਕਥਾ ਕੀਰਤਨ ਸੁਣਦਿਆਂ, ਸਾਧ ਸੰਗਤ, ਇੱਥੇ ਬਦਲੀ ਨਹੀਂ ਹੈ ਵੀ ਇੱਕ ਦੀ ਜੇ ਮੈਂ ਕੀਤੀ ਹੈ ਸੰਗਤ ਤੇ ਕਹਾਂ ਵੀ ਮੇਰੇ ਟੱਬਰ ਨੂੰ ਉਹਦਾ ਲਾਭ ਪ੍ਰਾਪਤ ਹੋਵੇ। ਜਿਸ ਨੇ ਜੋ ਕਰਨਾ ਉਸੇ ਨੂੰ ਫਲ ਪ੍ਰਾਪਤ ਹੋਣਾ। ਇਸ ਕਰਕੇ ਭਾਈ ਉਹ ਕਹਿੰਦੇ ਆ ਨਾ ਵੀ ਆਪ ਮਰੇ ਬਿਨਾ ਸਵਰਗ ਨਹੀਂ ਜਾਇਆ ਜਾਂਦਾ। ਜਿਸ ਨੇ ਸਵਰਗ ਜਾਣਾ ਕਹਿੰਦੇ ਉਹਨੂੰ ਪਹਿਲਾਂ ਆਪ ਮਰਨਾ ਪੈਂਦਾ ਨਾ। ਇਸੇ ਤਰ੍ਹਾਂ ਜਿਸ ਨੇ ਸੰਗਤ ਕਰਨੀ ਹੈ ਲਾਭ ਉਸੇ ਨੂੰ ਪ੍ਰਾਪਤ ਹੋਣਾ। ਅਰਦਾਸ ਬੇਨਤੀ ਕਰੇ ਭਲੇ ਲਈ ਮਹਾਰਾਜ ਕਿਰਪਾ ਕਰੋ, ਉਹ ਵੱਖਰੀ ਗੱਲ ਹੈ। ਪਰ ਇੱਥੇ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਹ ਸਾਧ ਸੰਗਤ ਹੈ ਇਹ ਹਰੀ ਦਾ ਧਾਮ ਹੈ, ਇਹ ਹਰੀ ਦਾ ਘਰ ਹੈ। ਇੱਥੇ ਹਰੀ ਪ੍ਰਤੱਖ ਰੂਪ ਚ ਵਸਦਾ। ਚਰਨ ਕਮਲ ਹਰ ਜਨ ਕੇ ਥਾਤੇ, ਕੋਟ ਸੁਖ ਬਿਸਰਾਮ। ਮੇਰੇ ਸਾਹਿਬ ਦੇ ਜਿਹੜੇ ਚਰਨ ਕਮਲ ਨੇ ਉਹੀ ਰੱਬ ਦੇ ਪਿਆਰਿਆਂ ਲਈ ਸਭ ਤੋਂ ਵੱਡੀ ਪੈਸਿਆਂ ਦੀ ਥਾਤੀ ਕਹਿੰਦੇ ਨੇ ਥੈਲੀ ਹੈ। ਉਹਨਾਂ ਵੇਲਿਆਂ ਵਿੱਚ ਥੈਲੀਆਂ ਹੁੰਦੀਆਂ ਰੁਪਈਆਂ ਦੀਆਂ। ਕਹਿੰਦੇ ਭਾਈ ਪਰਮੇਸ਼ਰ ਦੇ ਜਿਹੜੇ ਚਰਨ ਕਮਲ ਨੇ ਰੱਬ ਦੇ ਪਿਆਰਿਆਂ ਵਾਸਤੇ ਸਭ ਤੋਂ ਵੱਡੇ ਧਨ ਦੀ ਥੈਲੀ ਹੈ। ਕੋਟ ਸੂਖ ਬਿਸਰਾਮ। ਸਾਧ ਸੰਗਤ ਵਿੱਚ ਜਾਂ ਸਾਹਿਬ ਦੇ ਚਰਨ ਕਮਲਾਂ ਦੇ ਵਿੱਚ ਵਿਸ਼ਰਾਮ ਮਿਲਣਾ, ਕਹਿੰਦੇ ਉੱਥੇ ਕਰੋੜਾਂ ਹੀ ਸੁੱਖ ਨੇ, ਕਰੋੜਾਂ ਹੀ। ਜਦੋਂ ਸਾਹਿਬ ਦੇ ਚਰਨ ਕਮਲਾਂ ਵਿੱਚ ਵਿਸ਼ਰਾਮ ਮਿਲ ਜਾਏ ਉੱਥੇ ਤਾਂ ਕਰੋੜਾਂ ਸੁੱਖ ਵੀ ਉਸ ਸੁੱਖ ਦੀ ਬਰਾਬਰੀ ਨਹੀਂ ਕਰ ਸਕਦੇ। ਸਾਰੇ ਸੁੱਖ ਨੇ ਉੱਥੇ, ਕਰੋੜਾਂ ਹੀ ਸੁੱਖ ਕਹਿੰਦੇ ਉੱਥੇ ਵਿਸ਼ਰਾਮ ਪ੍ਰਾਪਤ ਕੀਤਿਆਂ ਪ੍ਰਾਪਤ ਹੁੰਦੇ ਹਨ। ਗੋਬਿੰਦ ਦਮੋਦਰ ਸਿਮਰੋ ਦਿਨ ਰੈਣ, ਨਾਨਕ ਸਦ ਕੁਰਬਾਨ। ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾਮੋਦਰ, ਇਹ ਵੀ ਪਰਮੇਸ਼ਰ ਦਾ ਨਾਂ ਹੈ। ਜਿਸ ਨੇ ਆਪਣੀ ਲੱਕ ਦੇ ਆਸਰੇ ਦਾਮ ਉਦਰ, ਉਦਰ ਨਾਮ ਉਦਰ ਪੇਟ ਦਾ ਹੈ, ਲੱਕ ਦਾ ਹੈ, ਔਰ ਦਾਮ ਨਾਮ ਸਾਰੀ ਪ੍ਰਕਿਰਤੀ ਸਾਰੀ ਸ੍ਰਿਸ਼ਟੀ ਦਾ ਹੈ। ਆਪਣੀ ਲੱਕ ਦੁਆਲੇ ਯਾਨੀ ਕਿ ਆਸਰਾ ਵਿੱਚ ਬਣਿਆ ਹੋਇਆ, ਉਹਨੂੰ ਕਹਿੰਦੇ ਆ ਦਾਮੋਦਰ। ਵੈਸੇ ਭਗਵਾਨ ਕ੍ਰਿਸ਼ਨ ਜੀ ਨੂੰ ਵੀ ਦਮੋਦਰ ਕਿਹਾ ਗਿਆ। ਕਹਿੰਦੇ ਇੱਕ ਵਾਰੀ ਗੋਕੁਲ ਵਿੱਚ ਇਹ ਮੱਖਣਾਂ ਦੀਆਂ ਮਟਕੀਆਂ ਤੋੜਦੇ ਸਨ ਤੇ ਲੋਕਾਂ ਦੇ ਲਾਂਭੇ ਆਉਣੇ, ਤੇ ਮਾਂ ਨੇ ਯਸ਼ੋਦਾ ਨੇ ਰੱਸੀ ਲਈ ਵੀ ਚੱਲ ਤੈਨੂੰ ਬੰਨ੍ਹ ਦਿਆਂ। ਰੱਸੀ ਲੈ ਕੇ ਜਿਉਂ ਬੰਨਣ ਲੱਗੇ ਸਾਰੇ ਘਰ ਦੀਆਂ ਰੱਸੀਆਂ ਮੁੱਕ ਗਈਆਂ। ਰੱਸੀਆਂ ਇਹੋ ਜਿਹੀ ਵੀ ਜਿਵੇਂ ਜਿਵੇਂ ਉਹ ਬੰਨਣ ਲੱਗਿਆ ਕਰੇ ਰੱਸੀ ਫਿਰ ਛੋਟੀ, ਫਿਰ ਦੂਜੀ ਬੰਨਿਆ ਕਰੇ ਫਿਰ ਛੋਟੀ। ਤੇ ਕ੍ਰਿਸ਼ਨ ਜੀ ਨੂੰ ਕਹਿਣ ਲੱਗ ਪਏ ਦਾਮੋਦਰ। ਪਰ ਇੱਥੇ ਮੇਰੇ ਪਾਤਸ਼ਾਹ ਨੇ ਜਿਹੜਾ ਦਾਮੋਦਰ ਸ਼ਬਦ ਵਰਤਿਆ ਉਹ ਅਕਾਲ ਪੁਰਖ ਵਾਸਤੇ ਵਰਤਿਆ, ਪਰਮੇਸ਼ਰ ਵਾਸਤੇ ਵਰਤਿਆ ਜੋ ਵਿਆਪਕ ਹੈ। ਕਹਿੰਦੇ ਐਸੇ ਵਾਹਿਗੁਰੂ ਪਰਮੇਸ਼ਰ ਨੂੰ ਸਿਮਰੋ, ਦਿਨ ਰੈਣ ਦਿਨ ਰਾਤ ਸਿਮਰੋ, ਨਾਨਕ ਸਦ ਕੁਰਬਾਨ। ਮਹਾਰਾਜ ਜੀ ਕਹਿੰਦੇ ਮੈਂ ਉਸ ਤੋਂ ਸਦਾ ਕੁਰਬਾਨ ਜਾਵਾਂ। ਤਨਾਸਰੀ ਮਹਲਾ ਪੰਜਵਾ, ਮੰਗੋ ਰਾਮ ਤੇ ਇੱਕ ਦਾਨ। ਰਾਗ ਧਨਾਸਰੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਆਪਣੇ ਰਾਮ ਤੋਂ, ਆਪਣੇ ਰੱਬ ਤੋਂ, ਪਿਆਰੇ ਤੋਂ ਇੱਕ ਦਾਨ ਮੰਗਦਾ ਹਾਂ। ਸਗਲ ਮਨੋਰਥ ਪੂਰਨ ਹੋਵਹਿ, ਸਿਮਰੋ ਤੁਮਰਾ ਨਾਮ। ਮੈਂ ਇਹ ਦਾਨ ਮੰਗਦਾ ਵਾਹਿਗੁਰੂ ਮੇਰੇ ਸਾਰੇ ਮਨੋਰਥ ਪੂਰਨ ਹੋਣ ਤੇ ਮੈਂ ਤੁਹਾਡੇ ਅੰਮ੍ਰਿਤ ਨਾਮ ਨੂੰ ਸਿਮਰਾਂ। ਮੈਂ ਇਹ ਦਾਨ ਮੰਗਦਾ। ਮਹਾਰਾਜ ਸਿਮਰੋ ਤੁਮਰਾ ਨਾਮ, ਤੁਹਾਡਾ ਨਾਮ ਸਿਮਰਾਂ, ਤੁਹਾਡੇ ਨਾਮ ਦੀ ਆਰਾਧਨਾ ਕਰਾਂ।
ਇਹ ਦਾਨ ਵਾਹਿਗੁਰੂ ਜੀ ਮੈਂ ਤੁਹਾਡੇ ਚਰਨਾਂ ਚੋਂ ਮੰਗਦਾ ਹਾਂ। ਰਹਾਉ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ। ਇਹ ਵਾਹਿਗੁਰੂ ਜੀ ਤੁਹਾਡੇ ਪਵਿੱਤਰ ਚਰਨ ਜਦੋਂ ਮੇਰੇ ਹਿਰਦੇ 'ਚ ਵਸਣਗੇ, ਉਹ ਤਾਂ ਵਸਣਗੇ ਜੇ ਮੈਂ ਸੰਤ ਜਨਾਂ ਦਾ ਸੰਗ ਪ੍ਰਾਪਤ ਕਰਾਂ। ਸੰਤ ਜਨਾਂ ਦੀ ਸੰਗਤ ਵਿੱਚੋਂ ਤੁਹਾਡੇ ਨਾਮ ਰੂਪੀ ਪਵਿੱਤਰ ਚਰਨ ਮੇਰੇ ਹਿਰਦੇ 'ਚ ਵਸਣਗੇ। ਸੋਗ ਅਗਨ ਮਹਿ ਮਨ ਨ ਵਿਆਪੈ ਆਠ ਪਹਿਰ ਗੁਣ ਗਾਵੋ। ਏ ਵਾਹਿਗੁਰੂ ਮੈਨੂੰ ਸੋਗ ਦੀ ਅਗਨ ਜਿਹੜੀ ਆ ਉਹ ਮੇਰੇ ਮਨ ਨੂੰ ਨਾ ਵਿਆਪੇ। ਸੰਸਾਰ ਦੇ ਦੁੱਖਾਂ ਦੀ ਜਿਹੜੀ ਅੱਗ ਹੈ ਸੋਗ ਦੀ, ਉਹ ਮੇਰੇ ਮਨ ਨੂੰ ਨਾ ਵਿਆਪੇ। ਮਹਾਰਾਜ ਮੇਰੇ ਤੇ ਤਰਸ ਕਰੋ, ਮੈਂ ਅੱਠੇ ਪਹਿਰ ਤੁਹਾਡੇ ਗੁਣ ਗਾਵਾਂ। ਆਠ ਪਹਿਰ ਗੁਣ ਗਾਵੋ, ਆਠ ਪਹਿਰ ਗੁਣ ਗਾਵੋ। 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 ਅੱਠੇ ਪਹਿਰ ਵਾਹਿਗੁਰੂ ਜੀ ਆਪ ਜੀ ਦੇ ਅੰਮ੍ਰਿਤ ਗੁਣਾਂ ਨੂੰ ਗਾਇਨ ਕਰਾਂ। ਸਵਸਤ ਵਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਾਪਣ। ਹੇ ਵਾਹਿਗੁਰੂ ਸਵਸਤ ਬਾਲ ਅਵਸਥਾ, ਸਵਸਤ ਬਾਲ ਅਵਸਥਾ, ਮਾਧੇ ਅੰਤ। ਮੱਧ ਦਾ ਮਤਲਬ ਵਿਚਕਾਰਲੀ ਉਮਰ, ਜਵਾਨੀ ਦੀ, ਔਰ ਅੰਤ ਬੁਢੇਪੇ ਦੀ। ਤਿੰਨਾਂ ਅਵਸਥਾਵਾਂ ਦਾ ਸਵਸਤ ਵਿਵਸਥਾ, ਮਧਿਅੰਤ यानी कि बचपन, जवानी और बुढ़ेपा। इन्हां तिन्नां अवस्थावां विच हे हरि जी मैं तुहाडी सेवा करां ते हे प्रभु तुहानू जपां, मेरे ते तरस करो। तिन्नां अवस्थावां आम करके मनमुख बंदे दियां तिन्ने ही व्यर्थ चलियां जांदियां ने ਤੇ ਗੁਰਮੁਖਾਂ ਦੀਆਂ ਇਹ ਤਿੰਨੇ ਅਵਸਥਾਵਾਂ ਸਫਲ ਹੋ ਜਾਂਦੀਆਂ ਨੇ। ਹਾਂਜੀ। ਨਾਨਕ ਰੰਗ ਲੱਗਾ ਪਰਮੇਸ਼ਰ ਬਾਹੁੜ ਜਨਮ ਨਾ ਛਾਪਣ। ਕਹਿੰਦੇ ਮੈਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਗਿਆ ਹੈ, ਅਕਾਲ ਪੁਰਖ ਦੇ ਪ੍ਰੇਮ ਦਾ ਰੰਗ ਲੱਗ ਗਿਆ ਹੈ। ਹੁਣ ਬਹੁੜ ਮੁੜ ਕੇ ਮੈਨੂੰ ਜਨਮ 'ਚ ਛਾਪਣ ਨਹੀਂ ਜਾਣਾ ਪਵੇਗਾ। ਹੁਣ ਮੈਨੂੰ ਦੁਬਾਰਾ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪੈਣਾ ਪਵੇਗਾ, ਕਿਉਂਕਿ ਮੇਰੇ ਹਿਰਦੇ ਵਿੱਚ ਮੇਰੇ ਮਾਲਕ ਦੇ ਨਾਮ ਦੇ ਪ੍ਰੇਮ ਦਾ ਰੰਗ ਆ ਲੱਗਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਵਿੱਤਰ ਪਾਵਨ ਗੁਰਬਾਣੀ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।